ਹੈਲੋ एवरीवन ਵੈਲਕਮ ਔਰ ਵੈਲਕਮ ਬੈਕ ਟੂ ਪ੍ਰਵਲੀਨ ਕੌਜ਼ ਵਰਲਡ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ 12ਵੀਂ ਜਮਾਤ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ 12ਵੀਂ ਜਮਾਤ ਦਾ ਪਹਿਲਾ ਚੈਪਟਰ ਅੰਗਰੇਜ਼ੀ ਦਾ ਸ਼ੁਰੂ ਕਰਦੇ ਹਾਂ, ਜਿਸ ਦਾ ਨਾਂ ਹੈ ਹਸਨ's ਅਟੈਂਡੈਂਸ ਪ੍ਰੋਬਲਮ। ਤਾਂ ਇਹ ਲਿਖਿਤ ਹੈਗਾ ਹੈ ਸੁਧਾ ਮੂਰਤੀ ਜੀ ਦੁਆਰਾ। ਤਾਂ ਪੜ੍ਹਦੇ ਹਾਂ। ਮਿਸਿਸ ਸੁਧਾ ਮੂਰਤੀ ਇਜ਼ ਅ ਟੀਚਰ, ਸੋਸ਼ਲ ਵਰਕਰ ਐਂਡ ਅ ਫਿਲਾਂਥ੍ਰੋਪਿਸਟ। ਮਤਲਬ ਉਹ ਇੱਕ ਅਧਿਆਪਕ ਨੇ ਤੇ ਸੋਸ਼ਲ ਵਰਕਰ ਨੇ ਤੇ ਫਿਲਾਂਥ੍ਰੋਪਿਸਟ ਮਤਲਬ ਕਿ ਦੂਜਿਆਂ ਦੀ ਭਲਾਈ ਦੇ ਲਈ ਆਪਣੇ ਹੱਥੀਂ ਪੈਸੇ ਖਰਚ ਕਰਨ ਵਾਲੇ ਇਨਸਾਨ ਨੇ। ਠੀਕ ਹੈ। ਹਰ ਵਰਕ ਸਪੀਕਸ ਮੋਰ ਦੈਨ ਐਨੀ ਵਰਡਸ ਵਿਲ। ਕਹਿੰਦੇ ਉਹਨਾਂ ਦਾ ਜਿਹੜਾ ਕੰਮ ਹੈ ਸ਼ਬਦਾਂ ਨਾਲੋਂ ਜ਼ਿਆਦਾ ਬੋਲਦਾ ਹੈ। ਸ਼ੀ ਇਜ਼ ਅ ਸਪਾਊਸ, ਮਤਲਬ ਉਹ ਇੱਕ ਸਪਾਊਸ ਮਤਲਬ ਕਿ ਪਾਰਟਨਰ, ਲਾਈਫ ਪਾਰਟਨਰ ਕਹਿ ਸਕਦੇ ਹਾਂ। of humble Mr. Narayan Murthy, ਉਹਨਾਂ ਦੇ ਹਸਬੈਂਡ ਦਾ ਨਾਮ ਨਰਾਇਣ ਮੂਰਤੀ ਹੈ। who is the founder of Infosys. her contribution towards family, company and world is immense. ਕਹਿੰਦੇ ਉਹਨਾਂ ਨੇ ਆਪਣੇ ਪਰਿਵਾਰ ਦੇ ਪ੍ਰਤੀ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਕਰੀ ਹੈ, ਕੰਪਨੀ ਦੇ ਪ੍ਰਤੀ ਵੀ ਤੇ ਦੁਨੀਆ ਦੇ ਪ੍ਰਤੀ ਵੀ ਉਹਨਾਂ ਨੇ ਬਹੁਤ ਜ਼ਿਆਦਾ ਆਪਣੀ ਮਿਹਨਤ ਕਰੀ ਹੈ ਤੇ ਕੰਮ ਕਰਿਆ। ਹਰ ਹੰਬਲਨੈਸ ਰਿਫਲੈਕਟਸ ਇਨ ਹਰ ਰਾਈਟਿੰਗ। ਕਹਿੰਦੇ ਉਹ ਕਿੰਨੇ ਜ਼ਿਆਦਾ ਡਾਊਨ ਟੂ ਅਰਥ ਨੇ, ਕਿੰਨੇ ਜ਼ਿਆਦਾ ਹੰਬਲ ਨੇ, ਕਿੰਨੇ ਮਤਲਬ ਕਿ ਹੰਕਾਰ ਤੋਂ ਦੂਰ ਨੇ, ਉਹ ਉਹਨਾਂ ਦੇ ਰਾਈਟਿੰਗ ਮਤਲਬ ਲਿਖਤਾਂ ਤੋਂ ਪਤਾ ਲੱਗਦਾ ਹੈ। ਹਸਨ's attendance problem describes the consequences of not taking things seriously and not working for the sake of knowledge. ਕਹਿੰਦੇ ਹਸਨ ਅਟੈਂਡੈਂਸ ਪ੍ਰੋਬਲਮ ਜਿਹੜਾ ਇਹ ਲੈਸਨ ਹੈ ਇਹ ਕੀ ਡਿਸਕ੍ਰਾਈਬ ਕਰਦਾ ਹੈ? consequences ਮਤਲਬ ਰਿਜ਼ਲਟ, ਮਤਲਬ ਕਿ ਨਤੀਜੇ of not taking things seriously, ਕਿ ਚੀਜ਼ਾਂ ਨੂੰ ਸੀਰੀਅਸਲੀ ਨਾ ਲੈਣ ਦਾ ਕੀ ਨਤੀਜਾ ਹੁੰਦਾ ਹੈ ਤੇ ਨੌਲੇਜ ਦੇ ਲਈ ਕੰਮ ਨਾ ਕਰਨ ਦਾ ਕੀ ਨਤੀਜਾ ਹੁੰਦਾ ਹੈ। ਓਨਲੀ ਵਰਕਿੰਗ ਫॉर ਮਾਰਕਸ ਔਰ ਮਨੀ ਵਿਲ ਲੀਡ ਨੋਵੇਅਰ। ਠੀਕ ਹੈ। ਜੇ ਤੁਸੀਂ ਸਿਰਫ ਨੰਬਰਾਂ ਲਈ, ਅੰਕਾਂ ਦੇ ਲਈ ਤੇ ਪੈਸਿਆਂ ਦੇ ਲਈ ਕੰਮ ਕਰਦੇ ਹੋ ਤਾਂ ਤੁਸੀਂ ਕਿਤੇ ਵੀ ਨਹੀਂ ਪਹੁੰਚੋਗੇ। ਸ਼ੀ ਐਕਸਪਲੇਨ ਇਟਸ ਵਿਦ potentially I'm sorry example of a student Hasan who used to bunk a lot of her class। ਤਾਂ ਇਹ ਕਿਵੇਂ ਐਕਸਪਲੇਨ ਕਰਦੇ ਨੇ ਸੁਧਾ ਮੂਰਤੀ ਜੀ? ਉਹ ਐਕਸਪਲੇਨ ਕਰਦੇ ਨੇ with the help of example of her student ਹਸਨ। ਠੀਕ ਹੈ। ਉਹ ਐਕਚੁਅਲੀ ਜਿਹੜਾ ਸਟੂਡੈਂਟ ਸੀਗਾ ਜਿਹਦਾ ਨਾਮ ਸੀ ਹਸਨ, ਉਹ ਕਦੇ ਵੀ ਆਪਣੀ ਜਿਹੜੀ ਕਲਾਸ ਸੀਗੀ ਉਹ ਪੰਕਚੁਅਲਿਟੀ ਨਾਲ ਅਟੈਂਡ ਨਹੀਂ ਕਰਦਾ ਸੀਗਾ ਤੇ ਉਹਦੇ ਅੰਕ ਤਾਂ ਬਹੁਤ ਵਧੀਆ ਆਉਂਦੇ ਸੀਗੇ, ਬਟ ਉਹਦੇ ਕੋਲ ਨੌਲੇਜ ਦੀ ਬਹੁਤ ਜ਼ਿਆਦਾ ਘਾਟ ਸੀ ਤੇ ਜਿਹੜੀਆਂ ਮੋਰਲ ਐਥੀਕਲ ਵੈਲਿਊਜ਼ ਹੁੰਦੀਆਂ ਨੇ ਉਹਦੀ ਵੀ ਉਸਨੂੰ ਘਾਟ ਸੀਗੀ। ਇਸ ਵਰਡ ਦਾ ਮੀਨਿੰਗ ਹੈ ਕਿ ਪਰਫੈਕਟ ਐਗਜ਼ਾਮਪਲ। ਠੀਕ ਹੈ। I'm sorry I'm not able to pronounce it right now, sometimes it happens ਕਿ I fumble but later I will explain you, okay? So ਹੁਣ ਆਪਾਂ ਅੱਗੇ ਚੱਲਦੇ ਹਾਂ। For many years now I have been teaching computer science to students studying for their masters in computer applications at a college in Bangalore। ਹੁਣ ਸੁਧਾ ਮੂਰਤੀ ਜੀ ਕਹਿ ਰਹੇ ਨੇ ਕਿ ਬਹੁਤ ਸਾਲਾਂ ਤੋਂ ਮੈਂ ਕੰਪਿਊਟਰ ਸਾਇੰਸ ਜਿਹੜਾ ਸਬਜੈਕਟ ਹੈ ਪੜ੍ਹਾ ਰਹੀ ਹਾਂ ਉਹ ਬੱਚਿਆਂ ਨੂੰ, ਉਹ ਵਿਦਿਆਰਥੀਆਂ ਨੂੰ ਜਿਹੜੇ ਮਾਸਟਰਸ ਦਾ ਕੋਰਸ ਕੰਪਿਊਟਰ ਐਪਲੀਕੇਸ਼ਨਸ ਕਰ ਰਹੇ ਨੇ ਐਟ ਬੰਗਲੌਰ। I have interacted with many students। ਕਹਿੰਦੇ ਬਹੁਤ ਸਾਰੇ ਵਿਦਿਆਰਥੀਆਂ ਨਾਲ ਮੇਰਾ ਪਾਲਾ ਪਿਆ, ਮਤਲਬ ਕਿ ਇੰਟਰੈਕਸ਼ਨ ਹੋਈ, ਕਮਿਊਨੀਕੇਸ਼ਨ ਹੋਈ। ਐਂਡ though it is not possible to remember all of them now। ਕਹਿੰਦੇ ਇਹ ਤਾਂ ਸੰਭਵ ਨਹੀਂ ਹੈ ਕਿ ਮੈਨੂੰ ਸਾਰੇ ਯਾਦ ਰਹਿਣ। the memories of some are etched in my head। ਕਹਿੰਦੇ ਕਈ ਕਹਿੰਦੇ ਸਟੂਡੈਂਟ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਹਲੇ ਵੀ ਮੇਰੇ ਨਾਲ ਨੇ। that is not because they were all brilliant। ਕਹਿੰਦੇ ਇਹ ਗੱਲ ਨਹੀਂ ਉਹ ਇਸ ਲਈ ਯਾਦ ਨੇ ਕਿਉਂਕਿ ਉਹ ਬੱਚੇ ਬਹੁਤ ਜ਼ਿਆਦਾ ਹੁਸ਼ਿਆਰ ਸੀ, but rather because something in them was very different from the others। but ਕਹਿੰਦੇ ਇਸ ਲਈ ਯਾਦ ਨੇ because ਉਹ ਬੱਚਿਆਂ ਦੇ ਵਿੱਚ, ਉਹ ਵਿਦਿਆਰਥੀਆਂ ਦੇ ਵਿੱਚ ਕੁਝ ਇਹੋ ਜਿਹੀਆਂ ਖੂਬੀਆਂ ਸੀ, ਇਹੋ ਜਿਹੀਆਂ ਗੱਲਾਂ ਸੀਗੀਆਂ, ਇਹੋ ਜਿਹੀ ਉਹ ਸ਼ਖਸੀਅਤਾਂ ਸੀ ਜਿਹੜੀਆਂ ਬਾਕੀਆਂ ਦੇ ਨਾਲੋਂ ਬਹੁਤ ਜ਼ਿਆਦਾ ਵੱਖ, ਅੱਡ ਤੇ ਅਲੱਗ ਸਨ। ਠੀਕ ਹੈ। in my first batch ਕਹਿੰਦੇ ਪਹਿਲੇ ਬੈਚ ਦੇ ਵਿੱਚ there was a very bright boy called ਹਸਨ। ਕਹਿੰਦੇ ਇੱਕ ਬਹੁਤ ਜ਼ਿਆਦਾ ਬ੍ਰਾਈਟ, ਮਤਲਬ ਬ੍ਰਾਈਟ ਆਪਾਂ ਕਹਿ ਦਿੰਦੇ ਹਾਂ ਇੰਟੈਲੀਜੈਂਟ ਨੂੰ, ਹਸਨ ਨਾਮ ਦਾ ਇੱਕ ਲੜਕਾ ਸੀ। he was tall, ਉਹ ਲੰਬਾ ਸੀ, handsome ਸੀ, ਸੋਹਣਾ ਸੀ, with a very good memory। ਕਹਿੰਦੇ ਉਹਦੀ ਯਾਦਾਸ਼ਤ ਵੀ ਬਹੁਤ ਵਧੀਆ ਸੀ। he came from an affluent family। affluent ਮਤਲਬ ਬਹੁਤ ਜ਼ਿਆਦਾ ਅਮੀਰ ਪਰਿਵਾਰ ਤੋਂ ਬਿਲੋਂਗ ਕਰਦਾ ਸੀ। where he was the only son। ਕਹਿੰਦੇ ਜਿੱਥੇ ਉਹ ਕੱਲਾ ਲੜਕਾ ਸੀ। initially I did not come to know of his existence at all। ਕਹਿੰਦੇ ਸ਼ੁਰੂ ਦੇ ਵਿੱਚ ਤਾਂ ਮੈਨੂੰ ਉਹਦੀ ਹੋਂਦ ਦੇ ਬਾਰੇ ਬਿਲਕੁਲ ਵੀ ਜਾਣਕਾਰੀ ਵੀ ਨਹੀਂ ਸੀ। mainly because he was hardly ever present। ਕਹਿੰਦੇ ਕਿਉਂਕਿ ਉਹ ਮੇਰੀ ਕਲਾਸ ਦੇ ਵਿੱਚ ਬੜੀ ਮੁਸ਼ਕਿਲ ਦੇ ਨਾਲ ਮਤਲਬ
ਦਿਖਦਾ ਸੀ ਜਾਂ ਫਿਰ ਆਉਂਦਾ ਹੀ ਨਹੀਂ ਸੀ ਮੇਰੀ ਕਲਾਸ ਦੇ ਵਿੱਚ। I normally take the first class of the day which is scheduled at 9 AM। ਕਹਿੰਦੇ ਮੈਂ ਪਹਿਲੀ ਜਿਹੜੀ ਕਲਾਸ ਹੈ ਉਹ ਸਵੇਰ ਦੇ 9 ਵਜੇ ਲੈਣੀ ਸ਼ੁਰੂ ਕਰਦੀ ਸੀ ਔਰ the one after that at 10 AM। ਕਹਿੰਦੇ ਉਸ ਤੋਂ ਬਾਅਦ ਵਾਲੀ 10 ਵਜੇ। I prefer this time as this is when students are fresh and very attentive। ਕਹਿੰਦੇ ਮੈਂ ਆਹ ਵਾਲਾ ਸਮਾਂ ਜਿਹੜਾ ਪ੍ਰੈਫਰ ਕਰਦੀ ਸੀਗੀ, ਮੈਨੂੰ ਇਹ ਸਮੇਂ ਤੇ ਪੜ੍ਹਾਉਣਾ, ਟੀਚ ਕਰਨਾ, ਪੀਰੀਅਡ ਲੈਣਾ ਵਧੀਆ ਲੱਗਦਾ ਸੀ ਬਿਕੋਜ਼ ਇਸ ਸਮੇਂ ਤੇ ਜਿਹੜੇ ਵਿਦਿਆਰਥੀ ਹੁੰਦੇ ਨੇ ਬਹੁਤ ਜ਼ਿਆਦਾ ਫਰੈਸ਼ ਹੁੰਦੇ ਨੇ ਤੇ ਅਟੈਂਟਿਵ ਹੁੰਦੇ ਨੇ, ਮਤਲਬ ਧਿਆਨ ਨਾਲ ਗੱਲਾਂ ਨੂੰ ਸੁਣਦੇ ਨੇ ਟੀਚਰ ਦੀਆਂ ਨੂੰ। ਠੀਕ ਹੈ। once in a while ਹਸਨ would turn up। ਕਹਿੰਦੇ ਇੱਕ ਅੱਧੀ ਵਾਰ ਉਹ ਸਕੂਲ ਵਿੱਚ ਮੇਰੀ ਕਲਾਸ ਦੇ ਵਿੱਚ ਆ ਵੀ ਜਾਂਦਾ ਸੀ, particularly if there was a class test or during examination। ਕਹਿੰਦੇ ਜਦ ਪੇਪਰ ਹੁੰਦੇ ਸੀ ਜਾਂ ਕਲਾਸ ਦੇ ਵਿੱਚ ਕੋਈ ਟੈਸਟ ਹੁੰਦਾ ਸੀ ਤਾਂ ਹਸਨ ਜ਼ਰੂਰ ਆਉਂਦਾ ਸੀ। I met him more often for attendance shortage meetings। ਕਹਿੰਦੇ ਜਦ attendance shortage meetings ਹੁੰਦੀਆਂ ਸੀ, ਮਤਲਬ ਜਿਹੜੇ ਬੱਚਿਆਂ ਦੀ ਅਟੈਂਡੈਂਸ ਘੱਟ ਹੁੰਦੀ ਸੀ ਉਹਨਾਂ ਦੇ ਲਈ ਜਿਹੜੀ ਮੀਟਿੰਗ ਹੁੰਦੀ ਸੀ, ਕਹਿੰਦੇ ਮੈਂ ਉਦੋਂ ਹੀ ਉਸਨੂੰ ਜ਼ਿਆਦਾਤਰ ਮਿਲਦੀ ਹੁੰਦੀ ਸੀ। He would beg for attendance in such a manner। ਕਹਿੰਦੇ ਉਹ ਅਟੈਂਡੈਂਸ ਲਈ ਇਸ ਤਰ੍ਹਾਂ ਭੀਖ ਮੰਗਦਾ ਸੀ that it was very difficult for me to say no। ਕਹਿੰਦੇ ਕਿ ਮੈਨੂੰ ਮਨਾ ਕਰਨ ਦੇ ਵਿੱਚ, ਜਵਾਬ ਦੇਣ ਦੇ ਵਿੱਚ ਬਹੁਤ ਜ਼ਿਆਦਾ ਔਖਾ ਲੱਗਦਾ ਸੀ। Sometimes I would get upset and tell him। ਕਹਿੰਦੇ ਕਦੇ ਤਾਂ ਮੈਂ ਬਹੁਤ ਦੁਖੀ ਹੋ ਕੇ ਉਹਨੂੰ ਕਹਿ ਦਿੰਦੀ ਸੀ no I can't give you attendance, ਵੀ ਮੈਂ ਤੈਨੂੰ ਹਾਜ਼ਰੀ ਨਹੀਂ ਦੇ ਸਕਦੀ, ਮੈਂ ਤੇਰੀ ਹਾਜ਼ਰੀ ਨਹੀਂ ਲਗਾ ਸਕਦੀ। There should be discipline। ਅਨੁਸ਼ਾਸਨ ਹੋਣਾ ਚਾਹੀਦਾ ਹੈ। Yes madam he would reply apologetically। ਕਹਿੰਦੇ ਫਿਰ ਉਹ ਮੈਨੂੰ ਕਹਿੰਦਾ ਮਾਫੀ ਮੰਗਦੇ ਹੋਏ ਵੀ pardon ਵੀ ਮੈਨੂੰ ਮਾਫ ਕਰ ਦਿਓ। From the next semester onwards I will definitely attend your class। ਉਹ ਕਹਿੰਦਾ ਕਿ ਮੈਂ ਅਗਲੇ ਸਮੈਸਟਰ ਤੋਂ ਤੁਹਾਡੀ ਕਲਾਸ ਜ਼ਰੂਰ ਅਟੈਂਡ ਕਰੂੰਗਾ। Can you not pardon me this time? ਕੀ ਤੁਸੀਂ ਮੈਨੂੰ ਇਸ ਵਾਰ ਮਾਫ ਨਹੀਂ ਕਰ ਸਕਦੇ? To err is human, to forgive is divine। ਕਹਿੰਦੇ ਗਲਤੀ ਕਰਨਾ ਮਨੁੱਖ ਗਲਤੀ ਕਰਦਾ ਹੈ, ਬਟ ਜੇ ਆਪਾਂ ਉਹਨੂੰ ਮਾਫ ਕਰ ਦਿੰਦੇ ਹਾਂ ਤਾਂ ਇਹਦੇ ਵਿੱਚ ਹੀ ਸਮਝ ਹੈ। You have only taught us this। ਕਹਿੰਦੇ ਤੁਸੀਂ ਤਾਂ ਸਾਨੂੰ ਇਹ ਸਮਝਾਇਆ ਹੈ, ਸੁਧਾ ਮੂਰਤੀ ਜੀ ਨੂੰ ਹਸਨ ਕਹਿੰਦਾ ਸੀ। I could not remain angry for long। ਕਹਿੰਦੇ ਮੈਂ ਜ਼ਿਆਦਾ ਸਮੇਂ ਲਈ ਗੁੱਸੇ ਨਾ ਰਹਿ ਪਾਂਦੀ। Teachers do get upset with students who are not regular, but if the attendance shortage affects their appearance in the final examination, one tends to melt like snow against the sun। ਕਹਿੰਦੇ ਵੀ ਹਾਂਜੀ ਇਹ ਗੱਲ ਤਾਂ ਸੱਚ ਹੈ ਕਿ ਟੀਚਰਸ ਜਿਹੜੇ ਨੇ ਦੁਖੀ ਹੋ ਜਾਂਦੇ ਨੇ ਉਹ ਜਵਾਕਾਂ ਤੋਂ, ਬੱਚਿਆਂ ਤੋਂ ਜਿਹੜੇ ਕਿ ਰੋਜ਼ ਸਕੂਲ ਨਹੀਂ ਆਉਂਦੇ, ਜਿਨ੍ਹਾਂ ਦੀ ਅਟੈਂਡੈਂਸ, ਜਿਨ੍ਹਾਂ ਦੀ ਹਾਜ਼ਰੀ ਪੂਰੀ ਨਹੀਂ ਹੁੰਦੀ, ਬਟ ਜੇ ਉਹ ਹਾਜ਼ਰੀ ਕਾਰਨ ਉਹਨਾਂ ਦੇ ਫਾਈਨਲ ਪੇਪਰਾਂ, ਪੱਕੇ ਪੇਪਰਾਂ ਦੇ ਉੱਤੇ ਕੋਈ ਅਸਰ ਪਵੇ, ਉਹਨਾਂ ਦੇ ਨੰਬਰਾਂ ਉੱਤੇ, ਅੰਕਾਂ ਉੱਤੇ ਕੋਈ ਅਸਰ ਪਵੇ, ਤਾਂ ਜਿਹੜਾ ਟੀਚਰ ਹੈ ਉਹ ਬਰਫ਼ ਵਾਂਗੂ, ਜਿਵੇਂ ਬਰਫ਼ ਪਿਘਲ ਜਾਂਦੀ ਹੈ ਸੂਰਜ ਦੇ ਅੱਗੇ, ਉਵੇਂ ਹੀ ਇੱਕ ਟੀਚਰ ਵੀ ਪਿਘਲ ਜਾਂਦਾ ਹੈ ਤੇ ਜ਼ਿਆਦਾ ਸਮੇਂ ਲਈ ਗੁੱਸਾ ਨਹੀਂ ਰਹਿ ਪਾਉਂਦਾ। A good teacher will always wish for the best for her student। ਕਹਿੰਦੇ ਇੱਕ ਜਿਹੜਾ ਚੰਗਾ ਅਧਿਆਪਕ ਹੁੰਦਾ ਹੈ ਉਹ ਹਮੇਸ਼ਾ ਆਪਣੇ ਸਟੂਡੈਂਟਸ ਦੇ ਲਈ, ਆਪਣੇ ਵਿਦਿਆਰਥੀਆਂ ਦੇ ਲਈ ਮਤਲਬ ਚੰਗਾ ਹੀ ਚਾਹੁੰਦਾ ਹੈ। Though I do agree discipline is very important too। ਕਹਿੰਦੇ ਮੈਂ ਮੰਨਦੀ ਹਾਂ ਕਿ ਅਨੁਸ਼ਾਸਨ ਹੋਣਾ ਵੀ ਬਹੁਤ ਜ਼ਰੂਰੀ ਹੈ। As he was very bright, Hasan would invariably get a very first class in the exam। ਕਹਿੰਦੇ ਬਹੁਤ ਜ਼ਿਆਦਾ ਹੁਸ਼ਿਆਰ ਹੋਣ ਕਰਕੇ ਹਸਨ ਹਮੇਸ਼ਾ ਜਮਾਤ ਵਿੱਚ ਪਹਿਲੇ ਨੰਬਰ ਤੇ ਆਉਂਦਾ ਸੀ। However, before the exam started every semester this drama with Hasan would be repeated। ਕਹਿੰਦੇ ਹਰ ਵਾਰ ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਇਹ ਡਰਾਮਾ ਹਸਨ ਨਾਲ ਜ਼ਰੂਰ ਹੁੰਦਾ ਸੀ। ਕਹਿੰਦੇ ਮੈਂ ਫੇਰ ਦੁਖੀ ਹੋ ਜਾਂਦੀ ਸੀ। I would get upset, threaten, ਉਹਨੂੰ ਡਰਾਉਂਦੀ ਸੀ ਤੇ ਅਲਟੀਮੇਟਲੀ ਲਾਸਟ ਦੇ ਵਿੱਚ ਕੀ ਕਰਦੀ ਸੀ, ਉਹਨੂੰ ਇੱਕ ਚਾਂਸ ਦੇ ਦਿੰਦੀ ਸੀ। Each time Hasan would promise to improve his attendance record। ਹਰ ਟਾਈਮ ਕੀ ਹੁੰਦਾ ਸੀ, ਹਸਨ ਪ੍ਰੋਮਿਸ ਕਰਦਾ ਸੀ ਕਿ ਉਹ ਆਪਣੇ ਅਟੈਂਡੈਂਸ ਦੇ ਰਿਕਾਰਡ ਨੂੰ ਇੰਪਰੂਵ ਕਰੇਗਾ। ਐਂਡ ਫॉर 1 week would attend all the classes। ਫਿਰ ਕਹਿੰਦੇ ਇੱਕ ਹਫਤੇ ਲਈ ਉਹ ਕਲਾਸ ਅਟੈਂਡ ਕਰ ਵੀ ਲੈਂਦਾ ਸੀ। then the same old story would follow। ਕਹਿੰਦੇ ਬਟ ਫਿਰ ਤੋਂ ਉਹ ਸਟੋਰੀ ਜਿਹੜੀ ਸੀ ਉਹ ਰਿਪੀਟ ਹੋਣ ਲੱਗ ਜਾਂਦੀ ਸੀ। each time he had a different reason for his absence। ਕਹਿੰਦੇ ਹਰ ਸਮੇਂ ਉਹਦੇ ਕੋਲ ਇੱਕ ਨਵਾਂ ਬਹਾਨਾ ਹੁੰਦਾ ਸੀ ਹਰ ਦਿਨ ਐਬਸੈਂਟ ਹੋਣ ਦਾ। unfortunately they always seemed genuine to me। ਕਹਿੰਦੇ ਦੁਰਭਾਗਾ ਭਰੀ ਗੱਲ ਹੈ ਕਿ ਮੈਨੂੰ ਹਰ ਵਾਰ ਉਹਦੇ ਬਹਾਨੇ ਜਿਹੜੇ ਸੀ ਉਹ ਬਿਲਕੁਲ ਸੱਚੇ ਲੱਗਦੇ ਸੀ। ਠੀਕ ਹੈ, ਮਤਲਬ ਕਿ ਬਦਕਿਸਮਤੀ ਨਾਲ।
ठीक है, अनफॉर्चुनेटली मीन्स बदकिस्मती नाल। Once I got tired of his stories and called his parents. Your son is a bright boy, he is not arrogant and he is indisciplined, but he is disciplined. If only he comes to class regularly and attended the lab, I am sure he can get a rank. I have failed to convince him. I will be happy if you could look into the matter more seriously because this is going to affect his life, I said to them। ਕਹਿੰਦੇ ਫਿਰ ਮੈਂ ਬਹੁਤ ਜ਼ਿਆਦਾ ਨਿਰਾਸ਼ ਹੋ ਕੇ ਉਸਦੇ ਮਾਤਾ ਪਿਤਾ ਨੂੰ ਸੱਦ ਲਿਆ ਤੇ ਉਹਨਾਂ ਨੂੰ ਦੱਸਿਆ ਕਿ ਤੁਹਾਡਾ ਬੱਚਾ ਬਹੁਤ ਹੀ ਜ਼ਿਆਦਾ ਹੁਸ਼ਿਆਰ ਹੈ ਬਟ ਉਹਦੇ ਵਿੱਚ ਅਨੁਸ਼ਾਸਨਹੀਨਤਾ ਹੈ, ਉਹ ਅਨੁਸ਼ਾਸਨ ਦੀ ਪਾਲਣਾ ਜਿਹੜੀ ਹੈ ਉਹ ਨਹੀਂ ਕਰਦਾ ਹੈ, ਉਹਦੇ ਵਿੱਚ ਐਰੋਗੈਂਸ ਤਾਂ ਨਹੀਂ ਹੈ ਬਟ ਜੇ ਉਹ ਰੈਗੂਲਰਲੀ ਕਲਾਸ ਦੇ ਵਿੱਚ ਆਏਗਾ ਤੇ ਲੈਬ ਨੂੰ ਰੋਜ਼ ਅਟੈਂਡ ਕਰੇਗਾ ਤਾਂ ਮੈਂ ਇਸ ਗੱਲ ਦੇ ਬਾਰੇ ਸ਼ੋਰ ਹਾਂ, ਪੂਰੀ ਗਰੰਟੀ ਹੈ ਕਿ ਉਹ ਇੱਕ ਰੈਂਕ ਜਿਹੜੀ ਆ ਉਹ ਲੈ ਕੇ ਆ ਸਕਦਾ ਹੈ। I have failed to convince him। ਸੁਧਾ ਮੂਰਤੀ ਜੀ ਕਹਿੰਦੇ ਆ ਕਿ ਮੈਂ ਤਾਂ ਹਸਨ ਨੂੰ ਸਮਝਾ ਕੇ ਥੱਕ ਚੁੱਕੀ ਹਾਂ ਤੇ ਮੈਂ ਫੇਲ ਹੋ ਚੁੱਕੀ ਹਾਂ ਬਟ ਮੈਂ ਖੁਸ਼ ਹੋਵਾਂਗੀ ਕਿ ਤੁਸੀਂ ਜੇ ਇਸ ਮੈਟਰ ਉੱਤੇ ਲੁੱਕ ਅਪ ਕਰੋ ਤੇ ਉਸ ਨੂੰ ਸਮਝਾਓ, ਅਦਰਵਾਈਜ਼ ਜਿਹੜੀ ਉਹਦੀ ਲਾਈਫ ਅਫੈਕਟ ਹੋਏਗੀ। Hassan's father was a busy man and did not take my words very seriously। ਕਹਿੰਦੇ ਜਿਹੜੇ ਹਸਨ ਦੇ ਫਾਦਰ ਸੀ ਉਹ ਬਹੁਤ ਜ਼ਿਆਦਾ ਬਿਜ਼ੀ ਪਰਸਨ ਸੀਗੇ ਤੇ ਉਹਨਾਂ ਨੇ ਮੇਰੀਆਂ ਗੱਲਾਂ ਨੂੰ ਸੀਰੀਅਸਲੀ ਨਹੀਂ ਲਿਆ। He said as long he does well that is fine with me because after a certain age children do not listen to their parents, only life will teach them। ਹੁਣ ਉਹਦੇ ਫਾਦਰ ਜਿਹੜੇ ਉਹ ਕਹਿੰਦੇ ਆ ਕਿ ਜਿੱਥੇ ਤੱਕ ਉਹ ਮੇਰੀ ਗੱਲ ਮੰਨਦਾ ਠੀਕ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਇੱਕ ਏਜ ਤੇ ਜਿਹੜੇ ਬੱਚੇ ਨੇ ਉਹ ਆਪਣੇ ਮਾਤਾ ਪਿਤਾ ਦੀ ਗੱਲ ਨਹੀਂ ਸੁਣਦੇ ਤੇ ਫਿਰ ਜ਼ਿੰਦਗੀ ਹੀ ਉਹਨਾਂ ਨੂੰ ਸਿਖਾਉਂਦੀ ਹੈ। ਬਟ ਹਿਸ ਮਦਰ ਵਾਜ਼ ਇਨ ਟੀਅਰਸ, ਬਟ ਜਿਹੜੇ ਉਹਦੇ ਮਦਰ ਸੀ ਹਸਨ ਦੇ ਉਹ ਰੋ ਰਹੇ ਸੀ। ਮੈਡਮ ਆਈ ਫੇਲਡ ਐਜ਼ ਅ ਮਦਰ, ਮੈਂ ਇੱਕ ਮਾਂ ਦੇ ਤੌਰ ਤੇ ਹਾਰ ਚੁੱਕੀ ਹਾਂ। ਹੀ ਡਜ਼ ਨਾਟ ਲਿਸਨ ਟੂ ਮੀ ਐਟ ਆਲ, ਉਹ ਬਿਲਕੁਲ ਵੀ ਮੇਰੀ ਗੱਲ ਨਹੀਂ ਸੁਣਦਾ ਹੈ। ਹੀ spends all night listening to music, ਉਹ ਸਾਰੀ ਰਾਤ ਗਾਣੇ ਸੁਣਦਾ ਹੈ and chatting with his friends, ਤੇ ਆਪਣੇ ਫਰੈਂਡਸ ਦੇ ਨਾਲ ਚੈਟਿੰਗ ਕਰਦਾ ਹੈ। He sleeps at 6 in the morning, ਉਹ ਸਵੇਰੇ 6 ਵਜੇ ਸੌਂਦਾ ਹੈ। How can he come to any class, ਉਹ ਕਿਸੇ ਕਲਾਸ ਨੂੰ ਕਿਵੇਂ ਅਟੈਂਡ ਕਰ ਸਕਦਾ ਹੈ। He does not pay any attention to what I say and tells me that I repeat the same thing always। ਕਹਿੰਦੇ ਉਹ ਕਦੇ ਵੀ ਮੇਰੀ ਗੱਲਾਂ ਨੂੰ ਨਹੀਂ ਸੁਣਦਾ ਤੇ ਹਮੇਸ਼ਾ ਮੈਨੂੰ ਇਸ ਤਰ੍ਹਾਂ ਕਹਿੰਦਾ ਹੈ ਕਿ ਤੁਸੀਂ ਰੋਜ਼ ਇੱਕ ਹੀ ਗੱਲ ਕਿਉਂ ਕਰਦੇ ਰਹਿੰਦੇ ਹੋ। The meeting ended in an argument between his parents, ਜਿਹੜੀ ਮੀਟਿੰਗ ਸੀ ਉਹ ਐਂਡ ਹੋ ਗਈ ਤੇ ਉਹਦੇ ਪੇਰੈਂਟਸ ਦੇ ਵਿੱਚ ਇੱਕ ਬਹਿਸ ਹੋ ਗਈ। His father said that you are the mother, it is your duty to correct him। ਹਸਨ ਦੇ ਫਾਦਰ ਮਦਰ ਨੂੰ ਕਹਿੰਦੇ ਨੇ ਕਿ ਤੂੰ ਉਹਦੀ ਮਾਂ ਹੈ ਤੇ ਤੇਰੀ ਡਿਊਟੀ ਹੈ ਉਸਨੂੰ ਸਹੀ ਕਰਨਾ। You should spend more time with him, I am so busy, you have failed। ਉਹ ਕਹਿੰਦੇ ਕਿ ਮੈਂ ਤਾਂ ਬਹੁਤ ਬਿਜ਼ੀ ਹਾਂ, ਮੇਰੇ ਕੋਲ ਤਾਂ ਟਾਈਮ ਨਹੀਂ ਹੈ ਬਟ you should spend more time with him, ਤੁਹਾਨੂੰ ਉਹਦੇ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਹੈ, ਤੂੰ ਹਾਰ ਚੁੱਕੀ ਹੈ। His mother said you are the father, it is difficult to control boys, you can speak to him man to man, earning money is not the only thing in ਲਾਈਫ। ਫਿਰ ਉਹਦੀ ਮਦਰ ਕਹਿੰਦੇ ਨੇ ਕਿ ਤੁਸੀਂ ਜਿਹੜੇ ਹੋ ਫਾਦਰ ਹੋ ਉਸਦੇ, ਇਟ ਇਜ਼ ਡਿਫਿਕਲਟ ਟੂ ਕੰਟਰੋਲ ਬॉयਜ਼, ਮੁੰਡਿਆਂ ਨੂੰ ਕੰਟਰੋਲ ਕਰਨਾ ਜਿਹੜਾ ਹੈ ਮੁਸ਼ਕਿਲ ਹੁੰਦਾ ਹੈ, ਤੁਸੀਂ ਉਹਦੇ ਨਾਲ ਗੱਲ ਕਰੋ ਮੈਨ ਟੂ ਮੈਨ। ਅਰਨਿੰਗ ਮਨੀ ਇਜ਼ ਨਾਟ ਦਾ ਓਨਲੀ ਥਿੰਗ ਇਨ ਲਾਈਫ, ਕਹਿੰਦੇ ਪੈਸੇ ਕਮਾਉਣਾ ਹੀ ਜ਼ਿੰਦਗੀ ਵਿੱਚ ਹਰ ਕੁਝ ਨਹੀਂ ਹੁੰਦਾ। This continued for a while and the meeting ended fruitlessly। ਕਹਿੰਦੇ ਬਹਿਸ ਕੁਝ ਸਮੇਂ ਲਈ ਚੱਲੀ ਤੇ ਫਿਰ ਜਿਹੜੀ ਮੀਟਿੰਗ ਐਂਡ ਹੋ ਗਈ ਬਿਨਾਂ ਕਿਸੇ ਫਰੂਟ ਤੋਂ, ਮਤਲਬ ਬਿਨਾਂ ਕਿਸੇ ਨਤੀਜੇ ਤੋਂ। Hassan continued in his ways until he passed out his course as usual in first class। ਕਹਿੰਦੇ ਉਹ ਫਰਸਟ ਕਲਾਸ ਦੇ ਵਿੱਚ ਪਾਸ ਹੋ ਗਿਆ, ਫਰਸਟ ਡਿਵੀਜ਼ਨ ਦੇ ਵਿੱਚੋਂ ਪਾਸ ਹੋ ਗਿਆ ਤੇ ਉਸਦਾ ਕੋਰਸ ਜਦ ਤੱਕ ਪੂਰਾ ਨਹੀਂ ਹੋਇਆ ਇਹੀ ਗੱਲਾਂ ਰਿਪੀਟ ਹੋਈ ਗਿਆ, ਮਤਲਬ ਉਸਨੇ ਕਦੇ ਵੀ ਜਿਹੜੀ ਅਟੈਂਡ ਨਹੀਂ ਕਰੀ ਕਲਾਸ ਪ੍ਰੋਪਰਲੀ। He was a nice boy, he came and thanked me। ਉਹ ਬਹੁਤ ਹੀ ਚੰਗਾ ਜਿਹੜਾ ਲੜਕਾ ਸੀ ਉਹ ਆਇਆ ਤੇ ਉਸਨੇ ਮੇਰਾ ਸ਼ੁਕਰੀਆ ਅਦਾ ਕੀਤਾ। ਹੁਣ ਇਹ ਪਾਰਟ 1 ਸੀਗਾ ਅੰਡਰਸਟੈਂਡਿੰਗ ਦਾ ਤੇ ਅਗਲੇ ਪਾਰਟ ਦੇ ਵਿੱਚ ਆਪਾਂ ਚੈਪਟਰ ਨੂੰ ਕੰਟੀਨਿਊ ਕਰਾਂਗੇ। ਉਮੀਦ ਕਰਦੀ ਹਾਂ ਇੱਥੇ ਤੱਕ ਤੁਹਾਨੂੰ ਸਮਝ ਆ ਗਿਆ ਹੋਵੇਗਾ। ਤਾਂ ਥੈਂਕ ਯੂ ਫॉर ਵਾਚਿੰਗ, ਕੀਪ ਸਪੋਰਟਿੰਗ ਐਂਡ